लिखा मुसीबत किस्मत में, किसी को याद क्या करना, जहाँ बेदर्द हाकम हो वहाँ फरियाद क्या करना। और डीजीपी के मुताबिक उथे कि 1200 पुलिस वाले भगौड़े, डीजीपी कहता। ਕੁੜੀਆਂ ਨੰਗੀਆਂ ਕਰਕੇ ਦਿਖਾਈਆਂ ਜਾਂਦੀਆਂ ਨੇ ਉਸ ਵੀਡੀਓ ਦੇ ਵਿੱਚ। ਉਹ ਦੋ ਕੁੜੀਆਂ ਕੌਣ ਸਨ? कारगिल हीरो ਜਿਹਨੇ जंग ਲਈ लड़ी देश की खातर, ਉਹਦੀ वाइफ ਸੀਗੀ और उन्हें कहा कि मैं कि दसो मैं देश बचाया, अपने परिवार ने बचा के मेरा परिवार लुटिया गया, अग्गां लातियां गई, क्यों नहीं FIR दर्ज की गई, क्यों नहीं इन्हों जिन्होंने एक कार्रवाई की पुलिस के उत्थे हाजिर सी उत्थे जो कुछ होया कि मोदी सरकार सुती क्यों पई है। हर विषय के उत्ते प्रधानमंत्री अपना बयान देंदे ने, जिथों तक सारी इस वेले पूरा जो दारोमदार है सिर्फ चोणों के उत्ते लग्या 2024 के उत्ते। उन्होंने 12 आतंकवादी फड़ ले सन। हुण 25 जून ਨੂੰ ਉਹਨਾਂ ਨੂੰ ਰਿਹਾ ਕਰਨ ਵਾਸਤੇ ਕਿਹਨੇ ਹੁਕਮ ਦਿੱਤੇ? ਔਰ ਉਹਨਾਂ ਦੇ ਵਿੱਚੋਂ ਇੱਕ ਮਾਸਟਰਮਾਈਂਡ ਉਹ ਸੀ ਜਿਨਨੇ ਕਿ ਸਾਡੀ 6 ਡੋਗਰਾ ਪਲਟਨ ਦੇ ਉੱਤੇ ਹਮਲਾ ਕਰਵਾਇਆ। PM ਸਾਹਿਬ ਕਿਉਂ ਨਹੀਂ ਬੋਲ ਰਹੇ? ਇਹ ਸਾਰਾ ਦੇਸ਼ ਸੁਣਨਾ ਚਾਹੁੰਦਾ ਕਿ ਮਨੀਪੁਰ ਉੱਪਰ ਕੋਈ ਸਟੇਟਮੈਂਟ ਕਿਉਂ ਨਹੀਂ ਆ ਰਹੀ, ਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਫੇਲ ਹੋ ਗਏ ਹਾਂ। ਅੱਜ ਤੱਕ ਕੀ ਤੁਹਾਡੇ ਕਿਸੇ ਸਵਾਲ ਦਾ ਜਵਾਬ ਦਿੱਤਾ? ਕੋਈ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ? ਉਹ ਨਹੀਂ ਬੋਲਦੇ ਆਪਣੀ ਮਰਜ਼ੀ ਨਾਲ। ਉਹ ਬੋਲਣਗੇ ਮਨ ਕੀ ਬਾਤ, ਜੋ ਉਹਨਾਂ ਦੇ ਮਨ ਦੀ ਗੱਲ ਹੋਏਗੀ। और कई मन ਦੀਆਂ ਗੱਲਾਂ ਛੁਪੀਆਂ ਵੀ ਹੁੰਦੀਆਂ ਨੇ। ਮਣੀਪੁਰ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਸੱਤਾ ਧਿਰ ਵਾਲੇ ਭਾਜਪਾ ਨੂੰ ਘੇਰ ਰਹੇ ਨੇ ਕਿ ਪ੍ਰਧਾਨ ਮੰਤਰੀ ਨੇ ਹੁਣ ਤੱਕ ਉਸ ਉੱਪਰ ਚੁੱਪੀ ਕਿਉਂ ਸਾਧੀ ਹੋਈ ਹੈ। ਕੁੜੀਆਂ ਦਾ ਰੇਪ ਵੀ ਹੁੰਦਾ ਉੱਥੇ, ਵੀਡੀਓ ਵਾਇਰਲ ਹੁੰਦੀ ਹੈ, FIR ਵੀ ਲਗਭਗ 2 ਮਹੀਨੇ ਬਾਅਦ ਜਾ ਕੇ ਦਰਜ ਹੁੰਦੀ ਹੈ। ਪ੍ਰਧਾਨ ਮੰਤਰੀ ਦਾ ਫਿਰ ਵੀ ਕੋਈ ਇਸ ਉੱਪਰ ਸਟੇਟਮੈਂਟ ਨਹੀਂ ਆਉਂਦੀ। ਸਾਡੇ ਨਾਲ ਮੌਜੂਦ ਨੇ ਰਿਟਾਇਰ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ। ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਆਰਟੀਕਲ ਵੀ ਲਿਖੇ ਨੇ ਇਹਨਾਂ ਨੇ ਮਣੀਪੁਰ ਨੂੰ ਲੈ ਕੇ, ਤੇ ਦੂਜੇ ਪਾਸੇ ਵੀ ਜਾਣਾਂਗੇ ਕਿ ਮਣੀਪੁਰ ਫੌਜ ਹਵਾਲੇ ਕਰ ਦਿੱਤਾ ਗਿਆ ਤਾਂ ਕੀ ਹੁਣ ਉਹ ਸੇਫ ਹੈ, ਕਿ ਅੰਦਰਲੀਆਂ ਘਟਨਾਵਾਂ ਜੋ ਹੋਈਆਂ ਨੇ ਜਦੋਂ ਨੈੱਟ ਬੰਦ ਸੀ ਬਾਹਰ ਆਈਆਂ ਨੇ, ਕਿ ਹੋਰ ਘਟਨਾਵਾਂ ਵੀ ਬਾਹਰ ਆ ਸਕਦੀਆਂ ਨੇ। ਇਸ ਉੱਪਰ ਚਰਚਾ ਕਰਾਂਗੇ। ਚਰਚਾ ਵੀ ਕਰਾਂਗੇ ਕਿ ਹਾਈ ਕੋਰਟ ਨੇ ਕਿਹਾ ਕਿ ਸਰਕਾਰ ਮਣੀਪੁਰ ਉੱਤੇ ਫੇਲ ਹੋ ਚੁੱਕੀ ਹੈ, ਹੁਣ ਹਾਈ ਕੋਰਟ ਇਸ ਵਿੱਚ ਇਨਵੋਲਵ ਹੈ। ਉਹ ਸਾਰੀ ਜਾਣਕਾਰੀ ਹਾਈ ਕੋਰਟ ਨੂੰ ਦਿੱਤੀ ਜਾਵੇ। ਕਾਲੋਂ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਇਹ ਆਰਟੀਕਲ ਵਿੱਚ ਜੋ ਲਿਖਦੇ ਨੇ, ਜੋ ਸਟੇਟਮੈਂਟ ਹੈ ਉਸ ਵਿੱਚ ਅਲੱਗ ਕੀ ਹੈ। ਸਰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਵੈਰੀ। ਸਰ ਜੋ ਮਣੀਪੁਰ ਵਿੱਚ ਹੋਇਆ ਪਹਿਲਾਂ ਵਿਸਥਾਰ ਨਾਲ ਸਮਝਾ ਦਿਓ ਕਿ ਹੋਇਆ ਕੀ ਹੈ। ਉਹ ਦੂਜੇ ਪਾਸੇ ਜੇ ਨੈੱਟ ਬੰਦ ਹੈਗਾ ਸੀ, ਜੇ ਘਟਨਾਵਾਂ ਹੋਈਆਂ ਨੇ, ਇੱਕ ਵੀਡੀਓ ਵਾਇਰਲ ਹੁੰਦੀ ਹੈ, ਹੋਰ ਵੀ ਕੀ ਘਟਨਾਵਾਂ ਹੋ ਸਕਦੀਆਂ ਨੇ? ਗੱਲ ਇੱਕ ਹੈ, ਜਦੋਂ ਦੇਸ਼ ਵਾਸੀਆਂ ਦੇ ਅੰਦਰ ਬੇਭਰੋਸਗੀ, ਬੇਗਾਨਗੀ ਦਾ ਮਾਹੌਲ ਪੈਦਾ ਹੋ ਜਾਵੇ ਤੇ ਲੋਕਾਂ ਦਾ ਜਿਹੜਾ ਇੱਕ ਭਰੋਸਾ ਹੈ ਸਰਕਾਰ ਦੇ ਉੱਤੇ ਉੱਠ ਜਾਂਦਾ। ਇਹਨਾਂ ਸਾਰੇ ਜੋ ਹਾਲਾਤ ਵਿਗੜੇ ਨੇ, ਉਹ ਦਿਨ ਬ ਦਿਨ ਵਿਗੜ ਰਹੇ ਨੇ। ਇਹਦੀ ਸਾਰੀ ਜ਼ਿੰਮੇਵਾਰੀ ਇਲੈਕਟਿਡ ਰਿਪਰੈਜ਼ੈਂਟੇਟਿਵ ਜਿਹੜੇ ਇਹ ਚੁਣੇ ਹੋਏ ਨੁਮਾਇੰਦੇ ਯਾਨੀ ਕਿ ਸਰਕਾਰ ਦੀ ਹੈ। ਇਹਦੀ ਸ਼ੁਰੂਆਤ ਤਾਂ ਬੜੀ ਪੁਰਾਣੀ ਹੈ, ਬ੍ਰਿਟਿਸ਼ ਟਾਈਮ ਦੇ ਉੱਤੇ, ਜਦੋਂ ਕਿ ਮੀਜ਼ੋਰਾਮ ਦੇ ਵਿੱਚ ਕੁਛ ਇੱਕ ਉੱਥੇ ਰਬੜ ਲੈਂਡ, ਉੱਥੇ ਰਿਜ਼ਰਵ ਵਾਸਤੇ, ਉੱਥੇ ਰਿਜ਼ਰਵ ਲੈਣ ਵਾਸਤੇ ਜੋ ਉਹ ਕੋਈ ਘੁਸਪੈਠੀਏ ਆਏ, ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਔਰ ਫਿਰ ਬਾਅਦ 'ਚ ਉਹ ਕਿਹਾ ਗਿਆ ਕਿ ਤੇ ਇਹ ਕੁਕੀ ਕਬਾਇਲੀ ਸੀਗੇ, ਤੇ ਉਦੋਂ ਤੋਂ ਚੱਲਦਾ ਆਇਆ। ਤੇ ਹੁਣ ਇਹ ਸਥਿਤੀ ਪੈਦਾ ਹੋ ਗਈ ਹੈ ਕਿ ਦੋਨਾਂ ਕਮਿਊਨਿਟੀ ਦੇ ਦਰਮਿਆਨ ਇਸ ਕਿਸਮ ਦਾ ਪਾੜ ਪੈ ਚੁੱਕਿਆ, ਜਿਹਦੇ ਕਰਕੇ 3 ਮਈ ਤੋਂ ਸ਼ੁਰੂ ਹੋਏ ਹਾਲਾਤ ਵਿਗੜਦੇ ਚਲੇ ਗਏ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਜੇਕਰ ਇਸ ਕਿਸਮ ਦੀ ਜਿੱਥੇ ਕਿ ਹਾਲਾਤ ਪੈਦਾ ਹੋਣ, ਜਿੱਥੇ ਕਿ ਥਾਣੇ ਲੁੱਟੇ ਗਏ ਹੋਣ, ਜਿੱਥੇ ਕਿ 5000 ਤੋਂ ਜ਼ਿਆਦਾ ਹਥਿਆਰ, ਗੋਲਾ ਬਰੂਦ ਉਸ ਸਮੇਂ ਨਾਲ ਲੁੱਟਿਆ ਗਿਆ ਹੋਏ। ਔਰ DGP ਦੇ ਮੁਤਾਬਕ ਉੱਥੇ ਰਾਜੀਵ ਜੋ ਬਾਅਦ 'ਚ ਗਏ ਨੇ ਕਿ 1200 ਫੌਜੀ ਉਹ ਡਿਜ਼ਾਰਟਰ ਨੇ ਭਗੌੜੇ ਹੋ ਚੁੱਕੇ ਨੇ ਉੱਥੇ। ਫੌਜੀ ਨਹੀਂ, ਸੌਰੀ, ਉਹ ਪੁਲਿਸ ਵਾਲੇ ਭਗੌੜੇ, DGP ਕਹਿੰਦਾ। ਤਾਂ ਉਦੋਂ ਬਾਅਦ ਮਣੀਪੁਰ 'ਚ ਪੁਲਿਸ ਦੇ 1200, ਇਹਦਾ ਮਤਲਬ ਇਹ ਵੇ ਕਿ ਉਹ ਤਾਂ ਚਾਬੀਆਂ ਚੁੱਬੀਆਂ ਛੱਡ ਕੇ ਚਲੇ ਗਏ। ਕਿਉਂ ਚਲੇ ਗਏ? ਉਹਨਾਂ ਦੀ ਇਨਵੋਲਵਮੈਂਟ ਸੀ। ਕਿਉਂ ਇਨਵੋਲਵਮੈਂਟ ਸੀ? ਜੇ ਵਿੱਚੋਂ ਇਨਵੋਲਵਮੈਂਟ ਸੀ ਜਾਂ ਕੈਸੇ ਕਿਉਂ ਭੱਜੇ? ਇੰਨੇ ਡਰਪੋਕ। ਫੌਜ ਨੂੰ ਬੁਲਾਇਆ ਗਿਆ, ਇਹ 'ਚ ਕੋਈ ਸ਼ੱਕ ਨਹੀਂ। ਪੈਰਾਮਿਲਟਰੀ ਬੁਲਾਈ ਗਈ, ਫੌਜ ਦੀ ਵੀ ਗੱਲ ਕਰ ਲਾਂਗੇ ਆਪਾਂ। ਤਾਂ ਮੈਂ ਕਹਿੰਦਾ ਕਿ ਉਹਦੇ 'ਚ DGP ਕਹਿੰਦਾ ਕਿ ਉਹ ਹਾਲੇ ਤੱਕ ਭਗੌੜੇ ਨੇ। ਕੀ ਬਣੇਗਾ ਉਹਨਾਂ ਦਾ?
ਕਿੱਥੇ ਗਏ, ਕਿੱਥੇ ਉੱਥੇ ਗਏ ਨੇ, ਉਹ ਉੱਥੇ ਘੁੰਮ ਫਿਰ ਰਹੇ ਨੇ ਕਿਤੇ ਨਾ ਕਿਤੇ। ਇਸ ਤੋਂ ਇਲਾਵਾ ਜੋ ਕੁਛ ਅਗਰ ਪੁਲਿਸ ਪ੍ਰਸ਼ਾਸਨ ਚਾਹੁੰਦਾ ਤੇ ਜੋ ਕੁਛ ਉੱਥੇ ਵਾਪਰਿਆ, ਖਾਸ ਤੌਰ 'ਤੇ ਜੋ ਕਿ 2 ਔਰਤਾਂ ਨੂੰ ਨੰਗੇਜ਼ ਕਰਕੇ ਉਹ ਵੀਡੀਓ ਵਾਇਰਲ ਕੀਤੀ ਗਈ, ਜਿਹਦਾ ਪ੍ਰਭਾਵ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਦੇਸ਼ ਵਿਦੇਸ਼ਾਂ 'ਚ ਵੀ ਪਿਆ, ਮਤੇ ਵੀ ਪਾਸ ਹੋਏ ਸਾਡੇ ਪੜੋਸੀ ਕਈ ਹੋਰ ਮੁਲਕਾਂ ਦੇ ਅੰਦਰ। ਤੋ ਉਹਦਾ ਪ੍ਰਭਾਵ ਉਹ ਪੈਣਾ ਤੇ ਫਿਰ ਸੁਭਾਵਿਕ ਹੈ, ਬਿਕੋਜ਼ ਜਦੋਂ ਇਹਦੇ ਫਿਰ ਦੋਨੋਂ ਧੜੇ ਜਿਹੜੇ ਨੇ ਉਹ ਖਾਸ ਤੌਰ 'ਤੇ ਜਿਹੜਾ ਮਣੀਪੁਰ ਦਾ ਇਲਾਕਾ ਇੰਫਾਲ ਦਾ, ਉਹਦੇ 'ਤੇ ਮਤਈ ਹੈਗੇ ਨੇ ਜ਼ਿਆਦਾ ਪ੍ਰੀਡੋਮੀਨੈਂਟ। 90% ਦੀ ਆਬਾਦੀ ਜਿਹੜੀ ਹੈ ਉਹ ਇਸ ਵੇਲੇ ਮਤਈ ਭਾਰਤ 'ਚ ਹੈ, 10% ਉਹਨਾਂ ਦੀ ਹੈ, ਭਾਵੇਂ ਕਿ ਉਹਨਾਂ ਕੋਲ ਇਲਾਕਾ 90% ਦੇ ਉਹ ਕਬਾਇਲੀਆਂ ਕੋਲ, ਪਰ ਜੰਗਲੀ ਇਲਾਕਾ ਹੈ ਪਹਾੜੀ ਇਲਾਕਾ। ਸੁੱਖ ਆਰਾਮ ਨਾਲ ਪਹਿਲੋਂ ਰਹਿ ਰਹੇ ਸੀਗੇ। ਅੱਛਾ ਸਰ, ਤੁਸੀਂ ਵੀਡੀਓ ਦੀ ਗੱਲ ਕੀਤੀ ਹੈ, ਕੁੜੀਆਂ ਨੰਗੀਆਂ ਕਰਕੇ ਦਿਖਾਈਆਂ ਜਾਂਦੀਆਂ ਨੇ ਉਸ ਵੀਡੀਓ ਦੇ ਵਿੱਚ, ਬੜੀ ਸ਼ਰਮਨਾਕ ਵੀਡੀਓ ਹੈ ਉਹ ਵਾਲੀ। ਉਹ ਵੀਡੀਓ ਜਦੋਂ ਸਾਹਮਣੇ ਆਉਂਦੀ ਹੈ, ਉਹ 2 ਕੁੜੀਆਂ ਕੌਣ ਸਨ ਜੋ ਤੁਸੀਂ ਜ਼ਿਕਰ ਕਰ ਰਹੇ ਸੀ? ਉਹ ਗੱਲ ਉਹਨਾਂ 'ਚੋਂ ਇੱਕ ਅਫਸੋਸ ਦੀ ਗੱਲ ਹੈ ਜਿੱਥੇ ਅਸੀਂ ਬੜਾ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਇੱਕ ਕਾਰਗਿਲ ਹੀਰੋ ਜਿਹਨੇ ਜੰਗ ਲਈ ਲੜੀ, ਦੇਸ਼ ਦੀ ਖਾਤਰ ਉਹਨੇ ਆਪਣਾ ਯੋਗਦਾਨ ਪਾਇਆ, ਸ਼੍ਰੀਲੰਕਾ 'ਚ ਵੀ ਹੋ ਗਿਆ ਕੈਪਟਨ। ਉਹਦੀ ਵਾਈਫ ਸੀਗੀ ਔਰ ਉਹਨੇ ਕਿਹਾ ਕਿ ਮੈਂ ਕਿ ਦੱਸੋ ਮੈਂ ਦੇਸ਼ ਬਚਾਇਆ, ਆਪਣੇ ਪਰਿਵਾਰ ਨੂੰ ਬਚਾ ਸਕਿਆ, ਮੇਰਾ ਪਰਿਵਾਰ ਲੁੱਟਿਆ ਗਿਆ, ਅੱਗਾਂ ਲਾਤੀਆਂ ਗਈਆਂ। ਕਿੱਡੀ ਅਫਸੋਸਜਨਕ ਗੱਲ ਹੈ। ਜਦੋਂ ਭੀੜ ਹੁੰਦੀ ਉਦੋਂ ਖੈਰ ਪਤਾ ਨਹੀਂ ਚੱਲਦਾ, ਪਰ ਕਿਉਂ ਨਹੀਂ ਹਾਲ ਦਵਾਈ ਪਾਈ ਕਿਹਨੂੰ ਨਹੀਂ ਪਤਾ। ਉੱਥੇ ਤੇ ਹੈ ਹੀ ਬੜੇ ਫੌਜੀ ਘੱਟ ਨੇ, ਜਿਹੜੇ ਕੋਕੀ ਭਾਈਚਾਰੇ ਦੇ ਬੜੇ ਫੌਜੀ ਘੱਟ ਨੇ, ਐਕਸੈਪਸ਼ਨਲੀ ਫਿਊ। ਤੇ ਉੱਥੋਂ ਦੇ ਜੇ ਉੱਥੋਂ ਦੀ ਹਾਲ ਦਵਾਈ ਪਈ ਤੇ ਪੁਲਿਸ ਕੀ ਕਰਦੀ ਸੀ, ਪ੍ਰਸ਼ਾਸਨ ਕੀ ਕਰਦਾ ਸੀ? ਕਿਉਂ ਨਹੀਂ FIR ਦਰਜ ਕੀਤੀ ਗਈ? ਕਿਉਂ ਨਹੀਂ ਇਹਨਾਂ ਨੂੰ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ, ਪੁਲਿਸ ਦੇ ਉੱਥੇ ਹਾਜ਼ਰ ਸੀਗੀ ਉੱਥੇ ਵਿੱਚ ਜਦੋਂ ਕੁਝ ਹੋਇਆ? ਇੰਨਾ ਸਮਾਂ ਲੱਗ ਗਿਆ, ਉਹ ਵੀ ਹਾਈ ਕੋਰਟ ਨਹੀਂ ਸੁਪਰੀਮ ਕੋਰਟ ਦੇ ਕਹਿਣ 'ਤੇ ਫਿਰ ਇਹ ਕਾਰਵਾਈਆਂ ਸ਼ੁਰੂ ਹੋਈਆਂ। ਤੇ ਇਹਦੇ ਵਿੱਚ ਇਨਵੋਲਵਮੈਂਟ ਤਾਂ ਹੈਗੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਜਿਹੜੀ ਸਰਕਾਰ ਹੈ ਉਹ ਅਟਰਲੀ ਫੇਲਿਅਰ ਆਫ ਦੀ ਸਰਕਾਰ, ਫੇਲਿਅਰ ਆਫ ਦੀ ਐਡਮਿਨਿਸਟ੍ਰੇਸ਼ਨ। ਔਰ ਦੇਖੋ ਜੇ ਕੋਈ ਭਰੋਸਾ ਰਹਿ ਚੁੱਕਿਆ ਦੇਸ਼ ਵਾਸੀਆਂ ਦਾ ਤੇ ਉਹ ਨਿਆਂਪਾਲਿਕਾ ਦੇ ਉੱਤੇ ਹੈ, ਕਾਰਜਪਾਲਿਕਾ ਦੇ ਉੱਤੇ ਨਹੀਂ। ਨਿਆਂਪਾਲਿਕਾ ਦੇ ਵਿੱਚ ਵੀ ਵਿਸ਼ੇਸ਼ ਤੌਰ 'ਤੇ ਬੜਾ ਭਰੋਸਾ ਹੈ ਜੇ ਸੁਪਰੀਮ ਕੋਰਟ ਦੇ ਉੱਤੇ ਜੇ ਕੋਈ ਕਾਰਵਾਈ ਚੱਲ ਰਹੀ ਹੈ ਤਾਂ ਉਹਦੇ ਕਰਕੇ ਹੈ। ਸਰਕਾਰ ਕੋਈ ਨਾ ਕੇਂਦਰ ਸਰਕਾਰ ਨਾ ਸੂਬਾ ਸਰਕਾਰ ਇਹਨਾਂ। ਤੁਸੀਂ ਸਰ ਜ਼ਿਕਰ ਕੀਤਾ ਕਿ ਉਹ ਇੱਕ ਫੌਜੀ ਸੀ ਜਿਨ੍ਹਾਂ ਦੀ ਉਹ ਘਰਵਾਲੀ ਸੀ, ਕਿ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਕਿ ਕੇਸ ਦੀ ਵਾਈਫ ਹੈ? ਜੇ ਪਤਾ ਸੀ 2 ਮਹੀਨੇ ਕਿਉਂ ਟਾਈਮ ਲੱਗ ਗਿਆ FIR ਦਰਜ ਕਰਨ ਵਾਸਤੇ? ਮੈਂ ਮਹਿਸੂਸ ਕਰਦਾ ਕਿ ਬਿਲਕੁਲ ਪਤਾ ਸੀ। ਕਿੱਦਾਂ ਹੋ ਸਕਦਾ? ਲੋਕਲ ਉੱਥੋਂ ਦਾ ਰਹਿਣ ਵਾਲਾ, ਉਹ ਕਿਹੜਾ ਕੋਈ ਆ ਕੇ ਇੰਫਾਲ 'ਚ ਵਸਿਆ, ਉਸੇ ਕਬੀਲੇ ਦਾ, ਉੱਥੇ ਹੀ ਰਹਿਣ ਵਾਲਾ, ਉਸੇ ਭਾਈਚਾਰੇ ਦੇ ਵਿੱਚ ਪੁਲਿਸ ਦੇ ਥਾਣੇ ਸਾਰੀ ਜਗ੍ਹਾ ਹੈਗੇ ਨੇ। ਤੇ ਕੀ ਉਹਨਾਂ ਨੂੰ ਪਤਾ ਨਹੀਂ ਸੀ? ਬਿਲਕੁਲ ਪਤਾ ਸੀ। ਇਹ ਤਾਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਸ ਵੇਲੇ ਠੀਕ ਹੈ। ਉਹ ਜਦੋਂ ਕਿ ਹਾਲ ਦਵਾਈ ਪੈ ਰਹੀ ਹੈ ਉਹ ਤੇ ਬਚਾਓ 'ਚ ਉਹ ਚਾਰਾ ਲੱਗਿਆ, ਨਾਲ ਮਦਦ ਕਰ ਰਹੇ ਨੇ ਈਵਨ ਐਕਸ-ਸਰਵਿਸਮੈਨ। ਪਰ ਉਹ ਤੇ ਮੈਂ ਸਮਝਦਾ ਹਾਂ ਕਿ ਇਹ ਤਾਂ ਬੜੀ ਸ਼ਰਮਨਾਕ ਗੱਲ ਹੈ। ਉਹ ਘਟਨਾ ਸਾਹਮਣੇ ਨਹੀਂ ਸੀ ਆਉਣੀ ਜੇਕਰ ਅਦਾਲਤ ਦਖਲਅੰਦਾਜ਼ੀ ਦੇ ਬਾਅਦ ਪਤਾ ਚੱਲਿਆ ਕਿ ਕੌਣ ਹੈ। ਸਰ ਇੰਨਾ ਸਮਾਂ ਮਣੀਪੁਰ ਉੱਥੇ ਦੰਗੇ ਹੁੰਦੇ ਰਹੇ, ਤੁਸੀਂ ਕਹਿ ਰਹੇ ਹੋ ਕਿ 1200 ਪੁਲਿਸ ਵਾਲੇ ਭੱਜ ਗਏ ਨੇ, ਜੋ ਤੁਸੀਂ ਕਹਿ ਰਹੇ ਹੋ। ਦੂਜੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਵੀ ਸਟੇਟਮੈਂਟ ਇਸ ਉੱਪਰ ਨਹੀਂ ਆਉਂਦੀ। ਕਾਰਨ ਕੀ ਹੈ? ਇੱਕ ਤਾਂ ਸਪਸ਼ਟ ਦੱਸ ਦਿਓ। ਦੂਜੀ ਗੱਲ ਹੈ ਕਿ ਜੇ 2 ਮਹੀਨੇ ਤੋਂ ਮਣੀਪੁਰ ਉੱਥੇ ਇਸ ਤਰੀਕੇ ਨਾਲ ਦੰਗੇ ਹੋ ਰਹੇ ਸਨ, ਉੱਥੇ ਨੈੱਟ ਵੀ ਬੰਦ ਸਨ, ਸੇਵਾਵਾਂ ਵੀ ਬੰਦ ਸਨ, ਕੋਰਟ ਨੂੰ ਕਿਉਂ ਇਹ ਕਹਿਣਾ ਪਿਆ ਕਿ ਸਰਕਾਰ ਦੇ ਹੁਣ ਹੱਥ ਵਿੱਚ ਕੁਛ ਨਹੀਂਗਾ, ਅਸੀਂ ਸਿੱਧਾ ਦੇਖਾਂਗੇ? ਕਿ ਸਿੱਧਾ ਮੋਦੀ ਸਾਹਿਬ ਫੇਲ ਹੋ ਗਏ? ਦੇਖੋ ਉਹ ਗੱਲ ਇਹ ਵੇ ਕਿ ਜਿਹੜੀ 1200 ਦੀ ਗੱਲ ਕੀਤੀ ਹੈ ਮੈਨੇ, ਇਹ ਵੀ ਮੀਡੀਆ ਦੇ ਜ਼ਰੀਏ, ਕੋਈ ਮੇਰੇ ਉੱਥੇ ਕੋਈ ਨੈਟਵਰਕ ਨਹੀਂ ਹੈਗਾ ਜਿਹੜਾ ਕਿ ਉੱਥੋਂ ਦੇ DGP ਦਾ ਇੱਕ ਬਿਆਨ ਪੜ੍ਹਿਆ ਸੀ, ਮੈਂ ਉਹਦਾ ਜ਼ਿਕਰ ਕੀਤਾ ਮੈਂ ਕਿ ਉਹ ਭਗੌੜੇ ਹੋ ਗਏ। ਕਿਹਨੂੰ ਨਹੀਂ ਪਤਾ ਕਿ 5000 ਹਰ ਕਿਸਮ ਦੀਆਂ ਉੱਥੇ ਤੇ AK-47 ਤੇ ਸੋਫਿਸਟੀਕੇਟਡ ਵੈਪਨ, ਗੋਲੇ, ਹੱਥ ਗੋਲੇ, ਗ੍ਰਨੇਡ, ਅਮਨੀਸ਼ਨ ਕਿੱਥੋਂ ਚਲਾ ਗਿਆ? ਐਸੇ ਥੋੜ੍ਹਾ ਚਲਾ ਜਾਏਗਾ ਖੁੱਲ੍ਹੇ। ਜਦੋਂ ਇਹ ਬੜਾ ਆਰਮਰੀ ਜਿਹੜੀ ਜਿੰਨਾ ਹਥਿਆਰ ਰੱਖੇ ਜਾਂਦੇ ਨੇ, ਰਿਜ਼ਰਵ ਬਟਾਲੀਅਨ ਦੇ ਵੀ ਉਹਨਾਂ ਦੀਆਂ ਹੀ, ਉਹਨਾਂ ਬੜੇ ਸਾਂਭ ਸੰਭਾਲ ਉਹਦੀ ਜ਼ਿੰਮੇਵਾਰੀ ਹੁੰਦੀ ਉਹ ਲਵਾਏ ਕੇ। ਅਤੇ ਇਹਦੀ ਜ਼ਿੰਮੇਵਾਰੀ ਸਰਾਸਰ ਸਰਕਾਰ ਦੀ ਹੈਗੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਔਰ ਲੋਕ ਇਸ 'ਤੇ ਸਵਾਲ ਕਰ ਰਹੇ ਨੇ, ਸਿਆਸੀ ਪਾਰਟੀਆਂ ਵੀ ਕਰ ਰਹੀਆਂ ਨੇ ਕਿ ਮੋਦੀ ਸਰਕਾਰ ਸੁੱਤੀ ਕਿਉਂ ਪਈ ਹੈ। ਹਰ ਵਿਸ਼ੇ ਦੇ ਉੱਤੇ ਪ੍ਰਧਾਨ ਮੰਤਰੀ ਆਪਣਾ ਬਿਆਨ ਦਿੰਦੇ ਨੇ, ਜਿੱਥੋਂ ਤੱਕ ਸਾਰੀ ਇਸ ਵੇਲੇ ਪੂਰਾ ਜਿਹੜਾ ਦਾਰੋ ਮਦਾਰ ਹੈ ਸਿਰਫ ਚੋਣਾਂ ਦੇ ਉੱਤੇ ਲੱਗਿਆ 2024 ਦੇ ਉੱਤੇ। ਜਨਤਾ ਦੇ ਵਿੱਚ ਕੀ ਉਹਨਾਂ ਦੀ ਕੋਈ ਪਰਵਾਹ ਨਹੀਂ।
ਠੀਕ ਵੈਲਫੇਅਰ ਸਕੀਮ ਅਨਾਉਂਸ ਕਰੀ ਜਾਂਦੇ ਨੇ, ਪਰ ਇਹ ਬੜੀਆਂ ਆਸਾਂ ਉਮੀਦਾਂ ਕੇਂਦਰ ਸਰਕਾਰ ਤੋਂ ਵੀ ਹੈ, ਔਰ ਉਹਨਾਂ ਦੀ ਚੁਣੀ ਹੋਈ ਸਰਕਾਰ ਉਸੇ ਦੀ ਲੋਕਾਂ ਦੀ ਚੁਣੀ ਸਰਕਾਰ ਭਾਜਪਾ ਦੀ ਸਰਕਾਰ ਹੈ ਪ੍ਰੀਡੋਮੀਨੈਂਟਲੀ। ਤੇ ਉਹਦੇ ਵਿੱਚ ਜੇ ਕੋਈ ਕੰਮਕਾਜ ਨਹੀਂ ਕਰ ਰਿਹਾ ਤੇ ਉਹ ਦਖਲਅੰਦਾਜ਼ੀ ਤੇ ਕੇਂਦਰ ਸਰਕਾਰ ਦੀ ਹੋਣੀ ਚਾਹੀਦੀ ਹੈ। ਸਰ ਹਥਿਆਰ ਕਿੱਥੋਂ ਆ ਗਏ ਸੀ? ਜੇ ਮਣੀਪੁਰ ਵਿੱਚ ਸਾਰਾ ਕੁਝ ਵਾਪਰ ਰਿਹਾ ਸੀ, ਹਥਿਆਰ ਲੁੱਟੇ ਗਏ ਨੇ ਉਹਨਾਂ ਵੱਲੋਂ, ਜਿਹੜੇ ਉੱਥੇ ਦੰਗੇ ਕਰ ਰਹੇ ਸੀ, ਹਥਿਆਰ ਕਿੱਥੋਂ ਆਏ ਨੇ ਉਹਨਾਂ ਕੋਲ? ਨਹੀਂ, ਹਥਿਆਰ ਤੇ ਉਹ ਆਰਮੀ ਚ ਜਿਹੜੇ ਇਹਨਾਂ ਦੇ ਪੁਲਿਸ ਦੇ ਹਥਿਆਰ ਸੀਗੇ ਜਾਂ ਪੈਰਾ ਮਿਲਟਰੀ ਜਾਂ ਉੱਥੇ ਜਿਹੜੀ ਸੌਰੀ ਰਿਜ਼ਰਵ ਬਟਾਲੀਅਨ ਨੇ ਪੁਲਿਸ ਦੀਆਂ, ਉਹਨਾਂ ਦੇ ਹਥਿਆਰ ਅੰਦਰ ਰੱਖੇ ਹੁੰਦੇ ਨੇ, ਉੱਥੋਂ ਹਥਿਆਰ ਲੁੱਟੇ ਗਏ। ਇਹ ਤੋਂ ਇਲਾਵਾ ਹਥਿਆਰ ਹੋਰ ਵੀ ਰਸਤੇ ਹੈਗੇ ਨੇ ਇਹਨਾਂ ਕੋਲ, ਜਿਹੜੇ ਕਿ ਅੱਤਵਾਦੀ ਨੇ, ਜਿਹੜੇ ਖਾਸ ਤੌਰ ਤੇ ਹਥਿਆਰ ਜਿਹੜੇ ਕਿ ਹੁੰਦੇ ਨੇ, ਉਹ ਇੱਕ ਕੋਰੀਡੋਰ ਹੈ म्यांमार तो चाइना म्यांमार मणिपुर कॉरीडोर है, तो ठीक है, ये तो उधर से भी चाइना वालों सप्लाई हो रहे हैं। वो तो चाइना तो चाहता कि ये गड़बड़ होए। एक्चुअली ये भी चाइना की एक बहुत बड़ी नीति हैगी है, दूर अंदेशी वाली नीति। और देख लो अखीर ते जे कोई रब ना करे कोई इदां दी गल होनी है, उन्होंने ये घेराबंदी वाली नीति हैगी है चाइना की, दूर अंदेशी वाली घेराबंदी, समुंदर के रस्ते घेराबंदी, भाई एयर क्योंकि जो टिकाने उत्थे पाकिस्तान च हैगे उन्होंने दे, जां गिलगिट बल्तिस्तान च, चलो उन्होंने दो विषय की गल करदा, जे ज़मीनी तौर पर किया जाए उन्होंने घेराबंदी जड़ियाँ 7 स्टेट्स ने, सिलीगुड़ी कॉरीडोर और दूसरा कॉरीडोर चाइना म्यांमार मणिपुर। और यदा मैं खुलेआम इत्थे स्ट्रैटेजिक सैमीनार होया सी 5 जून नूं कसौली विखे, जिहदे विच फार्मर एंबेसडर टू चाइना वो मेन स्पीकर वो सीगे, होर भी जरनल आए सी जिहड़े कि कोर कमांडर रहे, जिहड़े कि लेखक ने मेजर जनरल अशोक मेहता। उत्थे सामने बोलदियां मैं कहा सी कि इस कॉरीडोर का इस 5 जून की गल है कि एक कॉरीडोर इत्थों ते हथियार भी आउंदे ने, नशीले पदार्थ भी आउंदे ने, इन्हां दी जिहड़ी डिवेलपमेंट हो रही है उत्थे म्यांमार दी कदे वास्ते चाइना उत्थे उहदे अंदर घुसपैठ कीता है। इसे करके अखीर ते इत्थों की गल एक गल करना चाहना, जिहड़ा कि 2015 का वाक़या जिहड़ा कि साडी 6 डोगरा पलटन ते हमला होया, ਉਹਦੇ ਵਿੱਚ ਇਸੇ ਪਾਸਿਓਂ 398 किलोमीटर क्या खुला बार्डर है, 1600 कुछ किलोमीटर वाला बार्डर 1700 के करीब पड़ता है, जिहड़ा कि वो टोटल म्यांमार बार्डर वो जो इन्ना खुला बार्डर है इसे रस्ते और लिंक मणिपुर दे नाल। ते की फिर उदों बाद फिर साडी 6 डोगरा दे जिहड़ा हमला होया, 18 साडे जवान शहीद हो गए। और उन्होंने विच आ हुण फौज ने हुण मेरे ख्याल 25 जून नूं फौज उत्थे फिर बुलानी पई इन्हां, पर वो हाल तो है नहीं पाया नहीं वे इन्हां पैरामिलिट्री बुलाई, BSF हैगी होर बटालियन, पर साढ़े 10,000 फौजी वो अपने काम हथ बन्निया नाल, क्यों हथ बन्निया नाल, क्योंकि अफसा हटा लिया गया मार्च च, उहदी गल आपां कर सकते हैं बाद। पर मैं कहना कि उन्होंने 12 अतवादी फड़ लए सन, हुण 25 जून नूं उन्हां नूं रिहा करन वास्ते किहने हुक्म दिते, और उन्हां दे विच एक मास्टर माइंड वो सी जिन्हें कि साड़ी 6 डोगरा पलटन के उत्ते हमला करवाया। ये मतलब सारी खबर से कोई सारा मास्टर माइंड जो हो गया सारा ऑपरेशन का, वो भी विच आया से उन्होंने खाली उन्होंने छड़ता गया। इस वास्ते मैं हाकमां नूं सवाल भी किया, हाकमो जागो कि तो 1999 वाला कंधार जिहड़ा उत्थे कांड होया सी, कांड क्यों होया सी, मसूद अजहर नूं छड़ता गया, ठीक है, तो छड़िया गया समझौते के नाल अफगानिस्तान दे विच जाके, तो वो अज भी वह खमियाजा देश भुगत रहा है। गल तो मसला देश की सुरक्षा नाल जुड़िया होया है। अंदरूनी सत्ता के लालची ਜਿਹੜੇ भी है, मैं किसी पार्टी इकली का नाम लैंदा, सत्ता के लालचियां नूं और नशीले पदार्थां दे ਜਿਹੜੇ कि बिजनेस करने वाले नूं उन्हां नूं ब्लेम करदा, असल चीज़ असल पैसे दम ते करते हैं। ये सारा कुछ जो कुछ हो रहा है उसे तो क्योंकि उत्थे कुकी भाईचारा हो जां दूसरे होन, उत्थे कोई जिवें भुक्की है, बाकी काश्तकार है, होर ही देश के भागां 'च आपां इत्थों की गल करिए, तो उन्हां नूं तुसीं हुण उन्हूं छड्डता ते की कर रहे हो तुसीं? एक ਇਹਦਾ असर देश की सुरक्षा 'ਤੇ नहीं पेगा, कल ਨੂੰ ਹੋਰ ਕੰਮ ਕਰ ਸਕਦੇ। ਸਵਾਲ ਤੁਸੀਂ ਕਹਿ ਰਹੇ ਹੋ ਕਿ ਉੱਥੇ ਫੌਜ ਚਲੀ ਗਈ, ਉੱਥੇ ਹੁਣ ਪੈਰਾਮਿਲਟਰੀ ਚਲੀ ਗਈ ਹੈ, ਪਰ ਜੋ ਪ੍ਰਸ਼ਾਸਨ ਸੀ ਜਾਂ ਪੁਲਿਸ ਵਾਲੇ ਸੀ ਉਹ ਛੱਡ ਕੇ ਭੱਜ ਗਏ ਉੱਥੋਂ ਦੀ। ਜੇ ਆਪਾਂ ਸਟੇਟਮੈਂਟ ਦੀ ਗੱਲ ਕਰੀਏ ਤਾਂ ਕੀ ਵਾਕਈ ਅੰਦਰ ਹੈਂਡਲ ਨਹੀਂ ਹੋ ਰਿਹਾ ਸੀ, ਫੌਜ ਨੂੰ ਜਾਣਾ ਪੈ ਰਿਹਾ ਸੀ, ਇੰਨਾ ਖਲਾਰਾ ਪੈ ਗਿਆ ਸੀ ਅੰਦਰ? नहीं, फौज ने टेक ओवर नहीं किया, वो मदद वास्ते आए ने, प्रशासन कदों भी चाहे। देखो ये सुप्रीम कोर्ट ने कहा कि उन्होंने देखो ਰਾਸ਼ਟਰਪਤੀ ਸ਼ਾਸਨ ਲੱਗ ਸਕਦਾ?
ਬਿਲਕੁਲ ਲੱਗ ਸਕਦਾ। ਉਹ ਤੇ ਦੇਖੋ ਉਹਨਾਂ ਨੂੰ ਬੁਲਾਇਆ, ਮੈਂ ਕਹਿ ਰਿਹਾ ਕਿ ਰਿਕੁਜੀਸ਼ਨ ਕਰਨਾ ਫੌਜ ਨੂੰ ਤੇ ਮਾੜੀ ਮਾੜੀ ਗੱਲ ਪਿੱਛੇ ਕਰ ਲੈਂਦੇ ਨੇ, ਤੇ ਉੱਥੇ ਬੁਲਾਇਆ ਗਿਆ। ਪਰ ਉੱਥੇ ਜਦੋਂ ਪਹਿਲੋਂ ਉਹਨਾਂ ਨੇ ਸਿਚੁਏਸ਼ਨ ਬਹਾਲ ਕੀਤੀ ਸੀ, ਮੈਂ ਕੁਝ ਸਾਲ ਪਹਿਲਾਂ ਕਿ ਲਗਾਤਾਰ ਮੈਂ ਗੱਲ ਕਰਦਾ ਮਣੀਪੁਰ ਦੀ, ਤੇ ਉਦੋਂ ਫਿਰ ਬਾਅਦ 'ਚ ਇਹਨਾਂ ਕੁਛ ਇਲਾਕੇ 'ਚੋਂ ਅਫਵਾਹ ਹਟਾ ਲਿਆ ਗਿਆ। ਹੁਣ ਉਹਨਾਂ ਨੂੰ 10,000 ਜਿਹੜੇ ਨੇ ਉਹਨਾਂ ਨੂੰ ਇੱਕ ਕਿਉਂ ਛੱਡਣੇ ਪਏ 12 ਉਹਦੇ ਨਾਲ, ਜਿਹੜੇ ਮੀਰਾਬਾਈ ਜਿਹੜੀ ਔਰਤਾਂ ਦੀ ਫੌਜ ਹੈ ਇਹਨਾਂ ਦੀ, ਉਹਨਾਂ ਨੂੰ ਅੱਗੇ ਲਾ ਕੇ ਟਾਰਚ ਬੈ ਕੇ ਪਿੱਛੇ ਅੱਤਵਾਦੀ ਸੀਗੇ। ਫੌਜ ਦੇ ਸਾਹਮਣੇ ਫੌਜ ਕੀ ਕਰੇ ਜੇ ਕੋਈ ਉੱਥੇ ਗੋਲੀ ਚਲਾ ਨਹੀਂ ਸਕਦੀ, ਆਪਣਾ ਹੀ ਦੁਸ਼ਮਣ ਤੇ ਹੈ ਨਹੀਂ। ਪਰ ਉਹਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ। ਫਿਰ ਸਰਕਾਰ ਨੇ ਕਿਹਾ ਨਾ, ਤਾਂ ਹੀ ਉਹਨਾਂ ਨੇ ਫੌਜ ਨੇ ਛੱਡੇ ਕਿ ਛੱਡੋ ਬੰਦੇ, ਛੱਡਣੇ ਪਏ। ਇਸ ਵਾਸਤੇ ਬੜੀਆਂ ਚੁਣੌਤੀਆਂ ਨੇ ਫੌਜ ਵਾਸਤੇ। ਕੱਲ੍ਹ ਨੂੰ ਕੋਈ ਬਾਤ ਹੁੰਦੀ ਹੈ, ਪਹਿਲੋਂ ਵੀ ਹੋਇਆ ਸੈਂਕੜਿਆਂ ਦੀ ਗਿਣਤੀ 'ਚ। ਫਿਰ ਇਹਨਾਂ ਨੇ ਜਦੋਂ ਫੌਜ ਚਲੀ ਜਾਂਦੀ ਹੈ, ਉਹਨਾਂ 'ਤੇ ਮੁਕੱਦਮੇ ਚਲਾਓ, ਉਹਨਾਂ ਨੂੰ ਅੰਦਰ ਕਰੋ। ਇਹ ਸੁਪਰੀਮ ਕੋਰਟ ਦੇ ਕੇਸ ਪਹਿਲੇ ਵੀ ਚੱਲ ਰਹੇ ਨੇ, ਜਿੱਥੇ ਕਈ ਅਫਸਰਾਂ ਨੂੰ, ਕਈ ਅਧਿਕਾਰੀਆਂ ਨੂੰ, ਕਿ ਉਹਨਾਂ ਨੂੰ ਇਸ ਕਰਕੇ ਕਈਆਂ ਨੂੰ ਮੁਅੱਤਲ ਕੀਤਾ, ਕਈਆਂ ਕਾਰਵਾਈ ਚੱਲ ਰਹੀ ਕਿ ਇਹਨਾਂ ਨੇ ਫਾਇਰਿੰਗ ਕੀਤੀ, ਇਹਨਾਂ ਨੇ ਆਹ ਕੀਤਾ ਉਹ ਕੀਤਾ, ਕਿਉਂਕਿ ਲੋਕਲ ਫਿਰ ਉਹਨਾਂ ਦੇ ਵੱਲ ਹੋ ਜਾਂਦੇ ਨੇ, ਸਰਕਾਰ ਦੇ ਵੱਲ। ਸਰਕਾਰ ਦੀਆਂ ਗਲਤੀਆਂ ਨੇ ਸਾਰੀਆਂ, ਔਰ ਸਰਕਾਰ ਦਾ ਹੀ ਸਾਰਾ ਮੈਂ ਸਮਝਦਾ ਹਾਂ ਕਿ ਉਹਨਾਂ ਦੀ ਸਿਰਫ ਇਹ ਕਮਜ਼ੋਰੀ ਹੈ। ਮੇਨ ਮੁੱਦਾ ਮਣੀਪੁਰ ਦਾ ਇਸ ਵੇਲੇ, ਅਤੇ ਹੁਣ ਹਰਿਆਣਾ 'ਚ ਵੀ ਚਲਾ ਗਿਆ। ਇਹਦਾ ਮਤਲਬ ਹੈ ਕਿ ਦੋਵੇਂ ਪਾਸੇ ਆਪਣੀ ਲੜਾਓ ਕੌਮ ਦੇ ਵਿੱਚ ਦੋਵੇਂ ਨਸਲੀ ਇਨਸਾਫ ਫੈਲਾਉਣ ਵਾਸਤੇ, ਅਤੇ ਉਹਦਾ ਫਾਇਦਾ ਫਿਰ ਜਿਹੜਾ ਕਰਨ ਵਾਲੇ ਪਿੱਛੇ ਹੈਗਾ ਉਹਨੂੰ ਉਹ ਲੈ ਆਪਣਾ ਵੋਟ ਬੈਂਕ ਹੈ। ਸਾਰੀ ਗੱਲ ਤਾਂ ਸਾਰੀ ਵੋਟ ਬੈਂਕ ਪਿੱਛੇ ਹੈ। ਤੋ 2024 ਵਾਲੀਆਂ ਵੋਟਾਂ ਪੈਣ ਵਾਲੀਆਂ ਨੇ, ਅਤੇ ਉਹਦੇ ਵਿੱਚ ਇਹ ਸਾਰਾ ਪ੍ਰਭਾਵਿਤ ਕਰਨਗੀਆਂ ਚੀਜ਼ਾਂ। ਉਹ 'ਚ ਕੋਈ ਸ਼ੱਕ ਨਹੀਂ, ਡਾਈਵਰਸ਼ਨ ਉਹਨੂੰ ਕਰਨ ਵਾਸਤੇ ਇਹ ਕਰਦੀਆਂ ਨੇ ਸਰਕਾਰਾਂ। ਕਿੰਨੇ ਕੀਤਾ, ਕੀ ਹੱਥ ਹੈ ਇਹ? ਤੇ ਹੁਣ ਦੇਖੋ, ਕੋਈ ਅਗਰ ਕੋਈ ਸੁਪਰੀਮ ਕੋਰਟ 'ਤੇ ਉਹ ਕਾਰਜਪਾਲਿਕਾ ਦਾ ਹੱਕ ਹੈ, ਹੱਥ ਹੈ, ਮਤਲਬ ਉਹਦੇ ਵਿੱਚ ਸ਼ਮੂਲੀਅਤ ਹੈ। ਇਹਨਾਂ ਨੂੰ ਪਤਾ ਨਹੀਂ ਸੀ, ਐਂਟੀਸਪੇਟਡ ਪਤਾ ਨਹੀਂ ਸੀਗਾ ਕਿ ਇਹ ਪ੍ਰੋਸੈਸ਼ਨ ਨਿਕਲਣਾ। ਇਹ ਪਹਿਲਾਂ ਉਹਨਾਂ ਦੱਸਿਆ, ਨਹੀਂ ਦੱਸਿਆ ਤੇ ਕਿਉਂ ਨਹੀਂ ਦੱਸਿਆ? ਜਿਹੜਾ ਇਹਨਾਂ ਨੇ ਜਲਸਾ ਜਲੂਸ ਕਰਨਾ ਸੀ, ਇਹਦੇ 'ਚ ਹੱਥ ਕਿਹਦਾ? ਜਿੰਨੇ ਵੀ ਪਲਾਨ ਕੀਤਾ ਪ੍ਰਸ਼ਾਸਨ ਨੇ, ਕਿਉਂ ਨਹੀਂ ਉੱਥੇ ਕਾਰਵਾਈ ਕੀਤੀ? ਇਹਨੂੰ ਸਰ ਇੱਕ ਆਖਰੀ ਸਵਾਲ ਹੈ, ਪੂਰਾ ਦੇਸ਼ ਇਸ ਸਮੇਂ ਸੁਣਨਾ ਚਾਹੁੰਦਾ ਕਿ PM ਸਾਹਿਬ ਆਉਣਗੇ ਤੇ ਬੋਲਣਗੇ, PM ਸਾਹਿਬ ਕਿਉਂ ਨਹੀਂ ਬੋਲ ਰਹੇ? ਇਹ ਸਾਰਾ ਦੇਸ਼ ਸੁਣਨਾ ਚਾਹੁੰਦਾ ਕਿ ਮਣੀਪੁਰ ਉੱਪਰ ਕੋਈ ਸਟੇਟਮੈਂਟ ਕਿਉਂ ਨਹੀਂ ਆ ਰਹੀ, ਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਫੇਲ ਹੋ ਗਏ ਹਾਂ। PM ਸਾਹਿਬ ਇਜ਼ ਗੋਟ ਲੋਟ ਆਫ ਡੈਪਥ। ਦੇਖੋ, ਉਹ ਅੱਜ ਤੱਕ ਕੀ ਤੁਹਾਡੇ ਕਿਸੇ ਸਵਾਲ ਦਾ ਜਵਾਬ ਦਿੱਤਾ? ਕੋਈ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ? ਉਹ ਨਹੀਂ ਬੋਲਦੇ ਆਪਣੀ ਮਰਜ਼ੀ ਨਾਲ। ਉਹ ਬੋਲਣਗੇ ਮਨ ਕੀ ਬਾਤ, ਜੋ ਉਹਨਾਂ ਦੇ ਮਨ ਦੀ ਗੱਲ ਹੋਏਗੀ। ਉਹ ਕਈ ਮਨ ਦੀਆਂ ਗੱਲਾਂ ਛੁਪੀਆਂ ਵੀ ਹੁੰਦੀਆਂ ਨੇ। ਕਰਨੀ ਚਾਹੀਦੀ ਸੀ ਗੱਲ, ਉਹਨੇ ਜਗ੍ਹਾ ਹੋਰ ਹੀ ਪ੍ਰਧਾਨ ਮੰਤਰੀ ਕੋ ਹੁੰਦਾ, ਕਰਨੀ ਚਾਹੀਦੀ ਸੀ, ਕਿਉਂ ਨਹੀਂ ਕੀਤੀ? ਇਹ ਤਾਂ ਸਵਾਲ ਉਹਨਾਂ ਨੂੰ ਕਰੋ ਜੇ ਹਿੰਮਤ ਹੈ ਤੇ ਮੀਡੀਆ ਦੀ। ਹੁਣ ਗੋਦੀ ਮੀਡੀਆ ਕਿੱਦਾਂ ਕਰੇਗਾ? ਉਹਨਾਂ ਨੂੰ ਹਿੰਮਤ ਹੈ, ਜਵਾਬ ਤਾਂ ਉਹ ਹੀ ਦੇ ਸਕਦੇ ਨੇ। ਮੈਂ ਤਾਂ ਸਿਰਫ ਇੰਨਾ ਹੀ ਕਹਿ ਸਕਦਾ ਕਿ ਮੈਨੂੰ ਯਾਦ ਆ ਗਿਆ ਹੈ, ਵਿਜੇ ਜੀ, ਮੈਂ ਕਾਲਜ ਦੇ ਟਾਈਮ ਇੱਕ ਡਿਬੇਟ 'ਚ ਹਿੱਸਾ ਲੈਂਦਿਆਂ, ਉਹ ਇੰਟਰ ਕਾਲਜ ਸੀ, ਅਤੇ ਮੈਂ ਬੋਲਿਆ ਸੀ ਲਿਖਾ ਮੁਸੀਬਤ ਬੋਲਿਆ ਸੀ। ਮੈਂ ਆਪ ਲਿਖਦਾ ਵੀ ਰਹਿੰਦਾ ਸੀ, ਉਦੋਂ ਵੀ ਮਾੜੀ ਮੋਟੀ ਕਵਿਤਾ ਵੀ ਲਿਖਦੀ ਸੀ। ਹੁਣ ਤਾਂ ਖੈਰ ਮੀਡੀਆ ਜਾਂਦਾ ਵੀ ਹਾਂ, ਲੇਖ ਵੀ ਲਿਖਦਾ, ਲਿਖਿਆ ਵੀ ਆ। ਆਪਣੇ ਇੱਕ ਹੁਣੇ ਮੇਰਾ ਛਪਣਾ, ਪਤਾ ਨਹੀਂ ਉਹ 'ਚ ਕੱਟ ਨਾ ਦੇਣ। ਲਿਖਾ ਮੁਸੀਬਤ ਕਿस्मत में किसी को याद क्या करना, जहाँ बेदर्द हाकम हो वहाँ फरियाद क्या करना। ਤੁਸੀਂ ਸਾਡੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਜਿਨ੍ਹਾਂ ਨੇ ਦੋ ਚੀਜ਼ਾਂ ਸਾਫ਼ ਕੀਤੀਆਂ ਨੇ। ਇੱਕ ਤਾਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਕੁੜੀਆਂ ਦੀ, ਉਸ ਵਿੱਚੋਂ ਇੱਕ ਦੀ ਪਤਨੀ ਜੋ ਹੈ ਉਹ ਫੌਜ ਵਿੱਚ ਮੌਜੂਦ ਸਨ, ਕਾਰਗਿਲ ਦੇ ਹੀਰੋ ਸਨ। ਉਹਨਾਂ ਦੀ ਵਾਈਫ ਸੀ ਜਿਨ੍ਹਾਂ ਨੂੰ ਨੰਗਾ ਕਰਕੇ ਘੁਮਾਇਆ ਗਿਆ, ਵੀਡੀਓ ਵਾਇਰਲ ਹੁੰਦੀ ਹੈ। ਦੂਜੀ ਗੱਲ ਹੈ ਜੋ ਇਹਨਾਂ ਨੇ ਸਟੇਟਮੈਂਟ ਪੜ੍ਹੀ ਹੈ ਪ੍ਰਸ਼ਾਸਨ ਦੀ, ਕਿ 1200 ਪੁਲਿਸ ਵਾਲੇ ਉੱਥੋਂ ਦੀ ਛੱਡ ਕੇ ਭੱਜ ਗਏ ਨੇ। ਗਏ ਕਿੱਥੇ? ਸਵਾਲ ਅੱਜ ਵੀ ਹੋ ਰਹੇ ਨੇ PM ਸਾਹਿਬ ਨੂੰ ਕਿ ਤੁਸੀਂ ਕਿਉਂ ਨਹੀਂ ਬੋਲਦੇ? ਮਨ ਕੀ ਬਾਤ ਕਰ ਲੈਂਦੇ ਹੋ ਆ ਕੇ ਰੇਡੀਓ ਉੱਤੇ, ਪਰ ਲੋਕਾਂ ਦੇ ਨਾਲ ਗੱਲ ਕਦੋਂ ਕਰੋਗੇ? ਲੋਕਾਂ ਦੇ ਸਵਾਲਾਂ ਦੇ ਜਵਾਬ ਕਦੋਂ ਦੋਗੇ, ਜੋ ਵਿਰੋਧੀ ਧਿਰ ਵੀ ਪੁੱਛਦੇ ਨੇ ਤੇ ਬਾਕੀ ਆਮ ਜਨਤਾ ਵੀ ਪੁੱਛਦੀ ਹੈ।